ਮਰਕੁਸ ਦੀ ਇੰਜੀਲ ਇਹ ਯਿਸੂ ਦੇ ਜੀਵਨ ਦੇ ਮੁੱਢਲੇ ਵਰਤਾਂਤਾਂ ਵਿੱਚੋਂ ਇੱਕ ਹੈ ਅਤੇ ਸਾਡੀ ਆਰੰਭਿਕ ਇਤਿਹਾਸਿਕ ਰੀਤੀ ਇਸ ਪੁਸਤਕ ਨੂੰ ਇੱਕ ਮਸੀਹੀ ਲੇਖਕ ਨਾਲ ਜੋੜਦੀ ਹੈ ਜਿਸ ਦਾ ਨਾਮ ਹੈ ਮਰਕੁਸ ਜਾਂ ਯਹੂਨਾ ਮਰਕੁਸ। ਉਹ ਪੌਲਸ ਦਾ ਸਹਿਕਰਮੀ ਅਤੇ ਪਤਰਸ ਦਾ ਨੇੜਲਾ ਸਾਥੀ ਸੀ। ਦਰਅਸਲ ਇੱਕ ਪੁਰਾਣਾ ਕਲੀਸਿਆ ਦੇ ਇਤਿਹਾਸਕਾਰ ਪਪੀਆਸ ਆਪਣੀਆਂ ਗੱਲਾਂ ਨੂੰ ਚੇਤੇ ਕਰਦਾ ਹੋਇਆ ਆਖਦਾ ਹੈ ਕਿ ਮਰਕੁਸ ਨੇ ਪਤਰਸ ਦੀਆਂ ਅੱਖੀਂ ਵੇਖੀਆਂ ਸਾਰੀਆਂ ਗੱਲਾਂ ਅਤੇ ਯਾਦਾਂ ਨੂੰ ਇਕੱਠਿਆਂ ਕਰਕੇ ਇਸ ਬਿਰਤਾਂਤ ਦਾ ਰੂਪ ਦਿੱਤਾ ਹੈ। ਪਰ ਮਰਕੁਸ ਨੇ ਐਵੇਂ ਹੀ ਇਹਨਾਂ ਗੱਲਾਂ ਨੂੰ ਇਕਸਾਰ ਨਹੀਂ ਰੱਖਿਆ। ਉਸਨੇ ਧਿਆਨਪੂਰਵਕ ਯਿਸੂ ਦੀ ਕਹਾਣੀ ਦਾ ਢਾਂਚਾ ਤਿਆਰ ਕੀਤਾ। ਪੁਸਤਕ ਦੀ ਪਹਿਲੀ ਪੰਕਤੀ ਵਿੱਚ ਮਰਕੁਸ ਯਿਸੂ ਬਾਰੇ ਇਹ ਦਾਅਵਾ ਕਰਦਾ ਹੈ। ਇਹ ਪਰਮੇਸ਼ਵਰ ਦੇ ਪੁੱਤਰ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਆਰੰਭ ਹੈ। ਹੁਣ ਦਿਲਚਸਪ ਗੱਲ ਇਹ ਹੈ ਕਿ ਇਹ ਇੱਕ ਮਾਤਰ ਅਜਿਹਾ ਸਮਾਂ ਹੈ ਜਦੋਂ ਮਰਕੁਸ ਤੁਹਾਨੂੰ ਦੱਸਣ ਜਾ ਰਿਹਾ ਹੈ ਕਿ ਉਹ ਕੀ ਸੋਚਦਾ ਹੈ। ਬਾਕੀ ਦੀ ਪੁਸਤਕ ਵਿੱਚ ਉਹ ਯਿਸੂ ਦੇ ਕੰਮਾਂ ਤੇ ਬਚਨਾਂ ਨੂੰ ਤੁਹਾਡੇ ਸਾਹਮਣੇ ਰੱਖ ਕੇ ਤੁਹਾਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਹ ਵੀ ਦੱਸਦਾ ਹੈ ਕਿ ਦੂਸਰੇ ਲੋਕ ਉਸ ਦੇ ਪ੍ਰਤੀ ਕੀ ਪ੍ਰਤੀਕਿਰਿਆ ਦਿੰਦੇ ਹਨ। ਮਰਕੁਸ ਨੇ ਯਿਸੂ ਦੀ ਕਹਾਣੀ ਦੀ ਬਣਤਰ ਨਾਟਕ ਦੇ 3 ਦ੍ਰਿਸ਼ਾਂ ਵਜੋਂ ਕੀਤੀ। ਪਹਿਲਾ ਭਾਗ ਗਲੀਲ ਵਿੱਚ, ਤੀਸਰਾ ਭਾਗ ਯਰੂਸ਼ਲਮ ਵਿੱਚ ਹੈ ਅਤੇ ਦੂਜਾ ਦ੍ਰਿਸ਼ ਯਿਸੂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਯਾਤਰਾ ਕਰਦੇ ਹੋਏ ਦਿਖਾਇਆ ਗਿਆ ਹੈ। ਹਰੇਕ ਦ੍ਰਿਸ਼ ਦੁਹਰਾਏ ਹੋਏ ਵਿਸ਼ਿਆਂ ਤੇ ਧਿਆਨ ਕੇਂਦਰਿਤ ਕਰਦਾ ਹੈ। ਪਹਿਲੇ ਦ੍ਰਿਸ਼ ਵਿੱਚ ਸਾਰੇ ਯਿਸੂ ਨੂੰ ਵੇਖ ਕੇ ਹੈਰਾਨ ਹੁੰਦੇ ਹਨ ਅਤੇ ਉਹ ਸੋਚਦੇ ਹਨ ਕਿ ਯਿਸੂ ਕੌਣ ਹੈ। ਦੂਜੇ ਦ੍ਰਿਸ਼ ਵਿੱਚ ਚੇਲੇ ਹਨ ਜੋ ਇਹ ਸਮਝਣ ਲਈ ਉਲਝਣ ਵਿੱਚ ਹਨ ਕਿ ਯਿਸੂ ਦਾ ਮਸੀਹਾ ਹੋਣ ਤੋਂ ਕੀ ਅਰਥ ਹੈ। ਅਤੇ ਤੀਜੇ ਦ੍ਰਿਸ਼ ਵਿੱਚ ਅਸੀਂ ਹੈਰਾਨੀ ਭਰੇ ਵਿਰੋਧ ਨੂੰ ਵੇਖਦੇ ਹਾਂ ਕਿ ਕਿਸ ਤਰ੍ਹਾਂ ਯਿਸੂ ਮਸੀਹ ਰਾਜਾ ਬਣ ਜਾਂਦਾ ਹੈ। ਆਓ ਇਸ ਦੀ ਗਹਿਰਾਈ ਵਿੱਚ ਚੱਲੀਏ ਅਤੇ ਤੁਸੀਂ ਵੇਖੋਗੇ ਕਿ ਇਸ ਦੀਆਂ ਪਰਤਾਂ ਕਿਵੇਂ ਖੁੱਲਦੀਆਂ ਹਨ। ਸ਼ੁਰੂਆਤੀ ਪੰਕਤੀ ਤੋਂ ਬਾਅਦ ਮਰਕੁਸ ਪੁਰਾਣੇ ਨਬੀ ਯਸ਼ਾਇਆ ਅਤੇ ਮਲਾਕੀ ਦੇ ਹਵਾਲੇ ਨਾਲ ਆਰੰਭ ਕਰਦਾ ਹੈ, ਜਿਨ੍ਹਾਂ ਨੇ ਆਖਿਆ ਸੀ ਕਿ ਪਰਮੇਸ਼ਵਰ ਆਪਣਾ ਦੂਤ ਭੇਜੇਗਾ ਕਿ ਇਸਰਾਇਲ ਨੂੰ ਉਸ ਸਮੇਂ ਲਈ ਤਿਆਰ ਕਰੇ ਕਿ ਜਦ ਉਹ ਖੁਦ ਆਪਣੇ ਲੋਕਾਂ ਨੂੰ ਬਚਾਉਣ ਅਤੇ ਉਹਨਾਂ ਦਾ ਰਾਜਾ ਹੋਣ ਲਈ ਪ੍ਰਗਟ ਹੋਵੇਗਾ। ਮਰਕੁਸ ਉਸ ਦੂਤ ਵਜੋਂ ਯਹੂਨਾ ਬਪਤਿਸਮਾ ਦੇਣ ਵਾਲੇ ਨੂੰ ਪੇਸ਼ ਕਰਦਾ ਹੈ ਅਤੇ ਫਿਰ ਠੀਕ ਉਸ ਸਮੇਂ ਜਦੋਂ ਤੁਸੀਂ ਪਰਮੇਸ਼ਵਰ ਦੇ ਨਿੱਜੀ ਤੌਰ ਤੇ ਪ੍ਰਗਟ ਹੋਣ ਦੀ ਉਮੀਦ ਕਰਦੇ ਹੋ, ਮਰਕੁਸ ਯਿਸੂ ਨੂੰ ਪੇਸ਼ ਕਰਦਾ ਹੈ। ਅਤੇ ਜਦੋਂ ਉਹ ਇਸ ਦ੍ਰਿਸ਼ ਵਿੱਚ ਆਉਂਦਾ ਹੈ, ਆਕਾਸ਼ ਖੁੱਲਦਾ ਹੈ, ਪਰਮੇਸ਼ਵਰ ਦਾ ਆਤਮਾ ਯਿਸੂ ਉੱਤੇ ਉਤਰਦਾ ਹੈ ਅਤੇ ਪਰਮੇਸ਼ਵਰ ਆਖਦਾ ਹੈ, ਤੂੰ ਮੇਰਾ ਪਿਆਰਾ ਪੁੱਤਰ ਹੈ। ਇਸ ਤੋਂ ਬਾਅਦ ਮਰਕੁਸ ਸਾਡੇ ਸਾਹਮਣੇ ਯਿਸੂ ਦੇ ਮੁੱਖ ਸੰਦੇਸ਼ ਦਾ ਸਾਰ ਪੇਸ਼ ਕਰਦਾ ਹੈ। ਉਹ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੋਇਆ ਸਾਰੇ ਗਲੀਲ ਵਿੱਚ ਗਿਆ ਕਿ ਪਰਮੇਸ਼ਵਰ ਦਾ ਰਾਜ ਨੇੜੇ ਆ ਗਿਆ ਹੈ। ਯਿਸੂ ਆਪਣੀ ਕਹਾਣੀ ਨੂੰ ਉਸਦੇ ਸੰਸਾਰ ਲਈ ਪਰਮੇਸ਼ਵਰ ਦਾ ਬਚਾਓ ਕਾਰਜ ਬਾਰੇ ਪੁਰਾਣੇ ਨੇਮ ਦੇ ਹਵਾਲੇ ਤੋਂ ਅੱਗੇ ਲੈ ਜਾ ਰਿਹਾ ਹੈ। ਯਿਸੂ ਦੇ ਜ਼ਰੀਏ ਪਰਮੇਸ਼ਵਰ ਉਸ ਬੁਰਾਈ ਦਾ ਸਾਹਮਣਾ ਕਰਕੇ ਜਿਸ ਨੇ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਕਬਜ਼ਾ ਕੀਤਾ ਸੀ, ਉਸ ਨੂੰ ਹਟਾ ਕੇ ਅਤੇ ਉਸ ਨੂੰ ਹਰਾ ਰਿਹਾ ਹੈ। ਫਿਰ ਉਹਨਾਂ ਨੂੰ ਯਿਸੂ ਦੇ ਮਗਰ ਚੱਲ ਕੇ ਉਸ ਦੇ ਰਾਜ ਅਧੀਨ ਜੀਉਣ ਦਾ ਸੱਦਾ ਦੇ ਕੇ ਸੰਸਾਰ ਉੱਤੇ ਆਪਣਾ ਰਾਜ ਮੁੜ ਬਹਾਲ ਕਰ ਰਿਹਾ ਹੈ। ਇੱਥੋਂ ਮਰਕੁਸ ਨੇ ਸਾਨੂੰ ਯਿਸੂ ਦੀ ਸ਼ਕਤੀ ਦਰਸਾਉਂਦੀਆਂ ਕਹਾਣੀਆਂ ਦਾ ਵੱਡਾ ਖੰਡ ਦਿੱਤਾ ਹੈ। ਜਿਵੇਂ ਉਹ ਪਰਮੇਸ਼ਵਰ ਦਾ ਰਾਜ ਲਿਆਉਂਦਾ ਹੈ, ਉਹ ਉਹਨਾਂ ਲੋਕਾਂ ਨੂੰ ਚੰਗਾ ਕਰਦਾ ਹੈ ਜੋ ਸਰੀਰਕ ਤੌਰ ਤੇ ਬਿਮਾਰ ਜਾਂ ਅਪੰਗ ਜਾਂ ਅੰਧਕਾਰ ਦੀਆਂ ਸ਼ਕਤੀਆਂ ਦੇ ਜਕੜੇ ਹੋਏ ਹਨ। ਅਤੇ ਯਿਸੂ ਨੇ ਕੁਝ ਅਜਿਹਾ ਵੀ ਕੀਤਾ ਜੋ ਯਹੂਦੀਆਂ ਦੇ ਅਨੁਸਾਰ ਸਿਰਫ ਪਰਮੇਸ਼ਵਰ ਨੂੰ ਕਰਨ ਦਾ ਹੱਕ ਹੈ। ਉਹ ਲੋਕਾਂ ਦੇ ਪਾਪ ਮਾਫ ਕਰਦਾ ਹੈ। ਇੱਥੇ ਯਿਸੂ ਦੇ ਅਜਿਹੇ ਕੰਮਾਂ ਦੇ ਕਾਰਨ ਭਿੰਨ-ਭਿੰਨ ਪ੍ਰਤੀਕਿਰਿਆਵਾਂ ਹੁੰਦੀਆਂ ਹਨ। ਕੁਝ ਲੋਕ ਉਸ ਦੇ ਪਿੱਛੇ ਚੱਲਦੇ ਹਨ ਅਤੇ ਉਸ ਦੇ ਚੇਲੇ ਬਣ ਜਾਂਦੇ ਹਨ। ਬਾਕੀ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਉਹ ਕੀ ਕਰਨ। ਫਿਰ ਵੀ ਦੂਸਰੇ ਲੋਕ ਉਸ ਨੂੰ ਪੂਰੀ ਤਰ੍ਹਾਂ ਸਵੀਕਾਰ ਨਹੀਂ ਕਰਦੇ, ਵਿਸ਼ੇਸ਼ ਤੌਰ ਤੇ ਇਸਰਾਇਲ ਦੇ ਆਗੂ ਜੋ ਉਸ ਉੱਤੇ ਪਰਮੇਸ਼ਵਰ ਦੀ ਨਿੰਦਿਆ ਕਰਨ ਦਾ ਦੋਸ਼ ਲਗਾਉਂਦੇ ਹਨ ਅਤੇ ਆਖਦੇ ਹਨ ਕਿ ਉਹ ਦੁਸ਼ਟ ਦੀ ਸਹਾਇਤਾ ਨਾਲ ਕੰਮ ਕਰਦਾ ਹੈ। ਪਰ ਯਿਸੂ ਇਹਨਾਂ ਪ੍ਰਤੀਕਿਰਿਆਵਾਂ ਤੋਂ ਹੈਰਾਨ ਨਹੀਂ ਹੋਇਆ। ਅਸਲ ਵਿੱਚ ਉਹ ਇਸ ਵੱਲ ਲੋਕਾਂ ਦਾ ਧਿਆਨ ਖਿੱਚਦਾ ਹੈ। ਚੌਥੇ ਅਧਿਆਇ ਵਿੱਚ ਮਰਕੁਸ ਨੇ ਪਰਮੇਸ਼ਵਰ ਦੇ ਰਾਜ ਦੇ ਗੁੱਝੇ ਭੇਦ ਭਰੇ ਸੁਭਾਅ ਬਾਰੇ ਯਿਸੂ ਦੇ ਬਹੁਤ ਸਾਰੇ ਦ੍ਰਿਸ਼ਟਾਂਤ ਇਕੱਤਰ ਕੀਤੇ ਅਤੇ ਯਿਸੂ ਆਖਦਾ ਹੈ ਕਿ ਉਸ ਦਾ ਸੰਦੇਸ਼ ਵੱਖ-ਵੱਖ ਕਿਸਮਾਂ ਦੀ ਜ਼ਮੀਨ ਉੱਤੇ ਡਿੱਗੇ ਬੀਜ ਵਰਗਾ ਹੈ। ਕੁਝ ਕਬੂਲ ਕਰਨ ਵਾਲੇ ਹਨ, ਕੁਝ ਨਹੀਂ, ਜਾਂ ਇਹ ਰਾਈ ਦੇ ਬੀਜ ਵਰਗਾ ਹੈ ਜੋ ਬਹੁਤ ਛੋਟਾ ਹੈ। ਇਹ ਮਹੱਤਵਹੀਣ ਜਾਪਦਾ ਹੈ, ਪਰ ਜਦ ਇਹ ਵੱਡਾ ਹੁੰਦਾ ਹੈ ਅਤੇ ਹਰ ਕਿਸੇ ਨੂੰ ਹੈਰਾਨ ਕਰਦਾ ਹੈ। ਯਿਸੂ ਦਾ ਇਸ਼ਾਰਾ ਇਹ ਹੈ, ਉਹ ਸੱਚਮੁੱਚ ਉਹੀ ਮਸੀਹਾ ਹੈ ਜੋ ਪਰਮੇਸ਼ਵਰ ਦੇ ਰਾਜ ਨੂੰ ਲਿਆਉਂਦਾ ਹੈ, ਪਰ ਅਜਿਹਾ ਨਹੀਂ ਜਾਪਦਾ ਜਿਵੇਂ ਕਿਸੇ ਨੇ ਉਮੀਦ ਕੀਤੀ ਹੋਵੇ। ਅਤੇ ਭੀੜ ਵਿੱਚ ਯਿਸੂ ਬਾਰੇ ਇਹ ਵੱਧ ਰਹੀ ਉਲਝਣ ਇੱਕ ਮਹੱਤਵਪੂਰਨ ਵਿਚਾਰ ਨਾਲ ਜੁੜੀ ਹੋਈ ਹੈ ਜੋ ਮਰਕੁਸ ਨੇ ਇੱਕ ਦ੍ਰਿਸ਼ ਦੇ ਅੰਤ ਵਿੱਚ ਜ਼ੋਰ ਦਿੱਤਾ ਕਿ ਯਿਸੂ ਦੇ ਚੇਲੇ ਵੀ ਉਲਝਣ ਵਿੱਚ ਸਨ। ਇੱਥੋਂ ਤੱਕ ਕਿ ਉਹ ਵੀ ਇਹ ਸਮਝਣ ਲਈ ਸੰਘਰਸ਼ ਕਰ ਰਹੇ ਹਨ ਕਿ ਅਸਲ ਵਿੱਚ ਯਿਸੂ ਕੌਣ ਹੈ ਅਤੇ ਇਹ ਸਾਨੂੰ ਦੂਜੇ ਦ੍ਰਿਸ਼ ਵੱਲ ਲਿਆਉਂਦਾ ਹੈ। ਇਸ ਦਾ ਆਰੰਭ ਇੱਕ ਅਹਿਮ ਗੱਲਬਾਤ ਨਾਲ ਹੁੰਦਾ ਹੈ। ਯਿਸੂ ਚੇਲਿਆਂ ਨੂੰ ਇੱਕ ਪਾਸੇ ਲਿਜਾਂਦਾ ਅਤੇ ਪੁੱਛਦਾ ਹੈ, ਤੁਸੀਂ ਸਾਰੇ ਮੇਰੇ ਬਾਰੇ ਕੀ ਆਖਦੇ ਹੋ ਜੋ ਮੈਂ ਕੌਣ ਹਾਂ? ਅਤੇ ਪਤਰਸ ਉੱਠ ਕੇ ਬੋਲਿਆ, ਤੂੰ ਮਸੀਹ ਹੈ। ਪਰ ਇਹ ਸਪਸ਼ਟ ਹੋ ਗਿਆ ਕਿ ਪਤਰਸ ਲਈ ਇਸ ਦਾ ਅਰਥ ਇਹ ਹੈ ਕਿ ਯਿਸੂ ਦਾਊਦ ਦੀ ਪੀੜ੍ਹੀ ਤੋਂ ਇੱਕ ਜੇਤੂ ਰਾਜਾ ਹੈ ਜੋ ਇਸਰਾਇਲ ਨੂੰ ਰੋਮੀ ਹਕੂਮਤ ਤੋਂ ਬਚਾਵੇਗਾ। ਲੇਕਿਨ ਯਿਸੂ ਲਈ ਮਸੀਹ ਬਣਨ ਦਾ ਅਰਥ ਹੈ ਕਿ ਉਹ ਯਸ਼ਾਇਆ 53 ਅਨੁਸਾਰ ਦੁੱਖ ਭੋਗਣ ਵਾਲਾ ਸੇਵਕ ਹੈ ਜੋ ਯਰੂਸ਼ਲਮ ਵਿੱਚ ਆਪਣੀ ਜਾਨ ਦੇ ਕੇ ਪਰਮੇਸ਼ਵਰ ਦਾ ਰਾਜ ਲਿਆਵੇਗਾ। ਚੇਲੇ ਇਸ ਗੱਲ ਨੂੰ ਸਮਝ ਨਾ ਸਕੇ।
ਉਹ ਸੋਚਦੇ ਸਨ ਕਿ ਰਾਜਾ ਯਿਸੂ ਦੇ ਪਿੱਛੇ ਚੱਲਣ ਦਾ ਭਾਵ ਪ੍ਰਸਿੱਧੀ, ਰੁਤਬਾ ਅਤੇ ਮਹੱਤਵ ਹੈ, ਪਰ ਯਿਸੂ ਨੇ ਸਪਸ਼ਟ ਕਰ ਦਿੱਤਾ ਕਿ ਉਸ ਦੇ ਪਿੱਛੇ ਚੱਲਣਾ ਅਸਲ ਵਿੱਚ ਮਰਨ ਵਰਗਾ ਹੈ, ਜਿਵੇਂ ਆਪਣੀ ਸਲੀਬ ਨੂੰ ਚੁੱਕਣਾ। ਇਸ ਦਾ ਅਰਥ ਹਿੰਸਾ, ਹੰਕਾਰ ਅਤੇ ਸਵਾਰਥ ਦਾ ਤਿਆਗ ਕਰਨਾ ਅਤੇ ਸੇਵਾ ਅਤੇ ਪਿਆਰ ਦੇ ਕੰਮਾਂ ਵਿੱਚ ਦੂਜਿਆਂ ਲਈ ਆਪਣਾ ਜੀਵਨ ਦੇ ਦੇਣਾ। ਉਸ ਨੇ ਉਹਨਾਂ ਨਾਲ 2 ਵਾਰ ਇਹੀ ਗੱਲ ਕੀਤੀ ਅਤੇ ਇਹ ਸਭ ਯਿਸੂ ਦੇ ਮਹੱਤਵਪੂਰਨ ਕਥਨ ਦੇ ਸਿੱਟੇ ਵਜੋਂ ਪਹੁੰਚਿਆ ਕਿ ਮਨੁੱਖ ਦਾ ਪੁੱਤਰ ਸੇਵਾ ਕਰਾਉਣ ਲਈ ਨਹੀਂ ਆਇਆ, ਬਲਕਿ ਇੱਕ ਦਾਸ ਬਣ ਕੇ ਬਹੁਤ ਸਾਰੇ ਲੋਕਾਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਆਇਆ ਹੈ। ਚੇਲੇ ਅਜੇ ਵੀ ਨਹੀਂ ਸਮਝੇ। ਉਹ ਉਲਝਣ ਅਤੇ ਡਰ ਵਿੱਚ ਪ੍ਰਤੀਕਿਰਿਆ ਕਰਦੇ ਹਨ। ਇਸ ਲਈ ਭਾਗ 2 ਵਿੱਚ ਇੱਥੇ ਮਰਕੁਸ ਇੱਕ ਹੋਰ ਮੁੱਖ ਕਹਾਣੀ ਨੂੰ ਪੇਸ਼ ਕਰਦਾ ਹੈ, ਜਿਸ ਵਿੱਚ ਪੁਸਤਕ ਦੀ ਜਾਣ ਪਛਾਣ ਦੀ ਗੂੰਜ ਹੈ। ਯਿਸੂ ਆਪਣੇ ਚੇਲਿਆਂ ਵਿੱਚੋਂ 3 ਨੂੰ ਇੱਕ ਪਹਾੜ ਤੇ ਲੈ ਜਾਂਦਾ ਹੈ ਅਤੇ ਅਚਾਨਕ ਉਸ ਦਾ ਰੂਪ ਬਦਲ ਜਾਂਦਾ ਹੈ। ਉਹ ਵੱਡੀ ਰੋਸ਼ਨੀ ਅਤੇ ਮਹਿਮਾ ਨਾਲ ਚਮਕ ਰਿਹਾ ਹੈ ਅਤੇ ਬੱਦਲ ਉਹਨਾਂ ਨੂੰ ਢੱਕ ਲੈਂਦਾ ਹੈ। ਹੁਣ ਇਹ ਬਿਲਕੁਲ ਉਹੀ ਇਸਰਾਏਲ ਦੇ ਪਰਮੇਸ਼ਵਰ ਦੀ ਮਹਿਮਾ ਵਰਗਾ ਹੈ ਜੋ ਸਿਨਾਈ ਪਹਾੜ ਉੱਤੇ ਬਹੁਤ ਪਹਿਲਾਂ ਪ੍ਰਗਟ ਹੋਈ ਸੀ। ਅਤੇ ਫਿਰ ਉਹ 2 ਨਬੀ ਅਰਥਾਤ ਮੂਸਾ ਅਤੇ ਏਲੀਆ ਜੋ ਸਿਨਾਈ ਪਹਾੜ ਤੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜੇ ਸਨ, ਯਿਸੂ ਦੇ ਅੱਗੇ ਪ੍ਰਗਟ ਹੋਏ, ਜਿਵੇਂ ਪਰਮੇਸ਼ਵਰ ਨੇ ਫੇਰ ਆਖਿਆ, ਇਹ ਮੇਰਾ ਪਿਆਰਾ ਪੁੱਤਰ ਹੈ। ਹੁਣ ਇਸ ਕਹਾਣੀ ਨੂੰ ਇਹਨਾਂ ਦੋਵਾਂ ਵਾਰਤਾਲਾਪਾਂ ਦੇ ਵਿਚਕਾਰ ਲਿਆਉਣ ਨਾਲ ਮਰਕੁਸ ਇੱਕ ਹੈਰਾਨ ਕਰਨ ਵਾਲਾ ਦਾਅਵਾ ਕਰ ਰਿਹਾ ਹੈ ਕਿ ਯਿਸੂ ਪਰਮੇਸ਼ਵਰ ਦਾ ਪੁੱਤਰ ਹੈ, ਪਰਮੇਸ਼ਵਰ ਦੀ ਆਪਣੀ ਮਹਿਮਾ ਦਾ ਭੌਤਿਕ ਸਰੂਪ ਹੈ ਅਤੇ ਯਿਸੂ ਵਿੱਚ ਇਸਰਾਏਲ ਦਾ ਜਲਾਲੀ ਪਰਮੇਸ਼ਵਰ ਆਪਣੇ ਲੋਕਾਂ ਦੇ ਪਾਪਾਂ ਲਈ ਦੁੱਖ ਉਠਾ ਕੇ ਉਹਨਾਂ ਲਈ ਮਰ ਕੇ ਰਾਜਾ ਬਣਨ ਜਾ ਰਿਹਾ ਹੈ। ਇਹ ਇੱਕ ਹੈਰਾਨ ਕਰਨ ਵਾਲਾ ਦਾਅਵਾ ਹੈ। ਜਦ ਚੇਲੇ ਪਹਾੜ ਤੋਂ ਆ ਰਹੇ ਸਨ, ਉਹ ਉਲਝਣ ਅਤੇ ਡਰ ਵਿੱਚ ਸਨ। ਇਹ ਸਾਨੂੰ ਤੀਜੇ ਦ੍ਰਿਸ਼ ਵੱਲ ਲਿਆਉਂਦਾ ਹੈ। ਯਿਸੂ ਪਸਾਹ ਦੇ ਤਿਉਹਾਰ ਲਈ ਯਰੂਸ਼ਲਮ ਵਿੱਚ ਇੱਕ ਸ਼ਾਹੀ ਜਨਤਕ ਪ੍ਰਵੇਸ਼ ਕਰਦਾ ਹੈ। ਲੋਕ ਮਸੀਹ ਵਜੋਂ ਉਸ ਦੀ ਜੈ-ਜੈਕਾਰ ਕਰ ਰਹੇ ਹਨ। ਫਿਰ ਉਹ ਹੈਕਲ ਦੇ ਵਿਹੜੇ ਵਿੱਚ ਦਾਖਲ ਹੁੰਦਾ ਹੈ ਅਤੇ ਉਹ ਚੋਰਾਂ ਅਤੇ ਲੁਟੇਰਿਆਂ ਨੂੰ ਉੱਥੋਂ ਬਾਹਰ ਕੱਢ ਕੇ ਅਤੇ ਬਲੀਦਾਨ ਪ੍ਰਥਾ ਪ੍ਰਣਾਲੀ ਨੂੰ ਰੋਕ ਕੇ ਆਪਣੇ ਸ਼ਾਹੀ ਅਧਿਕਾਰ ਦਾ ਦਾਅਵਾ ਕਰਦਾ ਹੈ। ਇਸਰਾਏਲ ਦੇ ਆਗੂਆਂ ਨਾਲ ਬਹਿਸ ਅਤੇ ਉਹਨਾਂ ਦਾ ਸਾਹਮਣਾ ਕਰਦੇ ਹੋਏ ਯਿਸੂ ਦਾ ਇੱਕ ਪੂਰਾ ਹਫ਼ਤਾ ਬੀਤ ਜਾਂਦਾ ਹੈ। ਉਸ ਨੇ ਉਹਨਾਂ ਦੇ ਪਖੰਡ ਦੀ ਨਿੰਦਾ ਕੀਤੀ ਅਤੇ ਇਸ ਲਈ ਉਹਨਾਂ ਨੇ ਉਸ ਨੂੰ ਮਾਰਨ ਦੀ ਯੋਜਨਾ ਤਿਆਰ ਕੀਤੀ। ਯਿਸੂ ਆਪਣੇ ਚੇਲਿਆਂ ਨੂੰ ਇਹ ਆਖਦੇ ਹੋਏ ਚੇਤਾਵਨੀ ਦਿੰਦਾ ਹੈ ਕਿ ਯਰੂਸ਼ਲਮ ਅਤੇ ਇਸ ਦੀ ਹੈਕਲ ਇਸੇ ਪੀੜ੍ਹੀ ਦੇ ਹੁੰਦਿਆਂ ਨਸ਼ਟ ਹੋ ਜਾਵੇਗੀ ਅਤੇ ਉਸ ਦੇ ਚੇਲੇ ਵੀ ਉਸ ਦੀ ਤਰ੍ਹਾਂ ਉਦੋਂ ਤੱਕ ਸਤਾਏ ਜਾਣਗੇ ਜਦ ਤੱਕ ਉਹ ਇੱਕ ਦਿਨ ਵਾਪਸ ਨਹੀਂ ਆਉਂਦਾ ਅਤੇ ਪੂਰੀ ਦੁਨੀਆ ਵਿੱਚ ਪਰਮੇਸ਼ਵਰ ਦੇ ਰਾਜ ਨੂੰ ਸਥਾਪਿਤ ਕਰੇ। ਅਤੇ ਇਹ ਸਾਰੀਆਂ ਗੱਲਾਂ ਆਖਰੀ ਰਾਤ ਵੱਲ ਲੈ ਜਾਂਦੀਆਂ ਹਨ। ਯਿਸੂ ਨੇ ਆਪਣੇ ਚੇਲਿਆਂ ਨਾਲ ਆਪਣਾ ਆਖਰੀ ਪਸਾਹ ਦਾ ਭੋਜਨ ਕੀਤਾ। ਇਹ ਇੱਕ ਪ੍ਰਤੀਕ ਚਿੰਨ੍ਹ ਵਾਲਾ ਭੋਜਨ ਸੀ ਜੋ ਇਸਰਾਏਲ ਦੇ ਪਸਾਹ ਦੇ ਲੇਲੇ ਦੀ ਮੌਤ ਦੁਆਰਾ ਗੁਲਾਮੀ ਤੋਂ ਛੁਟਕਾਰੇ ਦੀ ਕਹਾਣੀ ਨੂੰ ਦੱਸਦਾ ਹੈ ਅਤੇ ਯਿਸੂ ਇਹ ਪ੍ਰਤੀਕ ਚਿੰਨ੍ਹ ਨੂੰ ਲੈ ਕੇ ਨਵਾਂ ਅਰਥ ਦਿੰਦਾ ਹੈ। ਉਹ ਪਾਪ ਅਤੇ ਮੌਤ ਤੋਂ ਛੁਟਕਾਰੇ ਵੱਲ ਇਸ਼ਾਰਾ ਕਰਦੇ ਹਨ ਜੋ ਦੁੱਖ ਭੋਗਣ ਵਾਲੇ ਦਾਸ ਮਸੀਹ ਦੀ ਮੌਤ ਦੁਆਰਾ ਹੈ। ਇੱਥੋਂ ਕਹਾਣੀ ਤੇਜ਼ੀ ਨਾਲ ਯਿਸੂ ਦੀ ਗ੍ਰਿਫਤਾਰੀ, ਇਸਰਾਏਲ ਦੇ ਜਾਜਕਾਂ ਅਤੇ ਰੋਮੀ ਰਾਜਪਾਲ ਪਿਲਾਤੁਸ ਦੇ ਸਾਹਮਣੇ ਉਸ ਦੀ ਪੇਸ਼ੀ ਵੱਲ ਅੱਗੇ ਵਧਦੀ ਹੈ। ਇਹਨਾਂ ਦਾ ਨਤੀਜਾ ਯਿਸੂ ਨੂੰ ਸਲੀਬ ਤੇ ਚੜ੍ਹਾਇਆ ਜਾਂਦਾ ਹੈ ਅਤੇ ਇਹ ਇੱਕ ਮਹੱਤਵਪੂਰਨ ਦ੍ਰਿਸ਼ ਤੇ ਪਹੁੰਚਦਾ ਹੈ ਜੋ 1 ਅਤੇ 2 ਭਾਗ ਦੇ ਮਹੱਤਵਪੂਰਨ ਦ੍ਰਿਸ਼ਾਂ ਨਾਲ ਮੇਲ ਖਾਂਦਾ ਹੈ। ਇਸ ਵਾਰ ਨੂੰ ਛੱਡ ਕੇ ਬੱਦਲ ਨਹੀਂ ਬਲਕਿ ਹਨੇਰਾ ਛਾ ਜਾਂਦਾ ਹੈ ਅਤੇ ਸਵਰਗ ਤੋਂ ਪਰਮੇਸ਼ਵਰ ਦੀ ਆਵਾਜ਼ ਦੀ ਬਜਾਏ ਇਹ ਯਿਸੂ ਦੀ ਆਵਾਜ਼ ਸੀ ਜਦ ਉਹ ਮਰਨ ਤੋਂ ਪਹਿਲਾਂ ਉੱਚੀ ਆਵਾਜ਼ ਨਾਲ ਬੋਲਿਆ। ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਇੱਕ ਰੋਮੀ ਸਿਪਾਹੀ ਹੈ ਜੋ ਯਿਸੂ ਨੂੰ ਮਰਦੇ ਵੇਖਦਾ ਹੈ ਅਤੇ ਐਲਾਨ ਕਰਦਾ ਹੈ ਕਿ ਯਿਸੂ ਕੌਣ ਹੈ। ਇਹ ਮਨੁੱਖ ਪਰਮੇਸ਼ਵਰ ਦਾ ਪੁੱਤਰ ਸੀ। ਉਹ ਕਹਾਣੀ ਦਾ ਪਹਿਲਾ ਵਿਅਕਤੀ ਹੈ ਜਿਸ ਨੇ ਯਿਸੂ ਦੀ ਪਛਾਣ ਬਾਰੇ ਕਹਾਣੀ ਦੇ ਹੈਰਾਨ ਕਰਨ ਵਾਲੇ ਦਾਅਵੇ ਨੂੰ ਪਛਾਣਿਆ ਕਿ ਇਹ ਸਲੀਬ ਦਿੱਤਾ ਪਰਮੇਸ਼ਵਰ ਦਾ ਪੁੱਤਰ ਮਸੀਹ ਹੈ, ਨਾਸਰਤ ਦਾ ਯਿਸੂ ਜੋ ਆਪਣੇ ਮਿੱਤਰਾਂ ਅਤੇ ਆਪਣੇ ਵੈਰੀਆਂ ਲਈ ਮਰਿਆ। ਇਸ ਤੋਂ ਬਾਅਦ ਯਿਸੂ ਦੀ ਲਾਸ਼ ਇੱਕ ਕਬਰ ਵਿੱਚ ਰੱਖ ਦਿੱਤੀ ਜਾਂਦੀ ਹੈ ਅਤੇ ਹਫ਼ਤੇ ਦੇ ਪਹਿਲੇ ਦਿਨ ਉਸ ਦੇ ਚੇਲਿਆਂ ਵਿੱਚੋਂ 3 ਔਰਤਾਂ ਕਬਰ ਤੇ ਆਉਂਦੀਆਂ ਹਨ ਅਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕਬਰ ਖਾਲੀ ਹੈ, ਪੱਥਰ ਨੂੰ ਹਟਾ ਦਿੱਤਾ ਗਿਆ ਹੈ ਅਤੇ ਇੱਕ ਦੂਤ ਨੇ ਉਹਨਾਂ ਨੂੰ ਦੱਸਿਆ ਕਿ ਯਿਸੂ ਇੱਥੇ ਨਹੀਂ ਹੈ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਅਤੇ ਇਸ ਲਈ ਉਸ ਨੇ ਉਹਨਾਂ ਨੂੰ ਜਾ ਕੇ ਇਹ ਖੁਸ਼ਖਬਰੀ ਦੂਜੇ ਚੇਲਿਆਂ ਨੂੰ ਦੱਸਣ ਲਈ ਆਖਿਆ ਕਿ ਯਿਸੂ ਜਿਉਂਦਾ ਹੈ ਅਤੇ ਉਹ ਉਹਨਾਂ ਨੂੰ ਗਲੀਲ ਵਿੱਚ ਵਾਪਸ ਮਿਲੇਗਾ। ਔਰਤਾਂ ਡਰ ਜਾਂਦੀਆਂ ਹਨ। ਮਰਕੁਸ ਆਖਦਾ ਹੈ ਕਿ ਉਹ ਨਿਕਲ ਕੇ ਕਬਰ ਪਾਸੋਂ ਨਸੀਆਂ ਕਿਉਂ ਜੋ ਉਹ ਕੰਬਦੀਆਂ ਤੇ ਘਬਰਾਉਂਦੀਆਂ ਸਨ ਅਤੇ ਡਰ ਦੀਆਂ ਮਾਰੀਆਂ ਕਿਸੇ ਨਾਲ ਕੁਝ ਨਾ ਬੋਲੀਆਂ। ਅਤੇ ਇਸ ਤਰ੍ਹਾਂ ਪੁਸਤਕ ਦਾ ਅੰਤ ਹੁੰਦਾ ਹੈ। ਯਿਸੂ ਦੇ ਚੇਲੇ ਵੀ ਇਸੇ ਕਿਸਮ ਦੇ ਡਰ ਅਤੇ ਉਲਝਣ ਨਾਲ ਭਰੇ ਹੋਏ ਸਨ ਜਿਵੇਂ ਭਾਗ 1 ਅਤੇ 2 ਵਿੱਚ ਲਿਖਿਆ ਹੈ। ਹੁਣ ਜੇ ਤੁਸੀਂ ਆਪਣੀ ਬਾਈਬਲ ਵਿੱਚ ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਮਰਕੁਸ ਦੀ ਅੰਜੀਲ ਦੇ ਖਤਮ ਹੋਣ ਲਈ ਹੋਰ ਬਹੁਤ ਕੁਝ ਹੈ। ਜਦ ਯਿਸੂ ਪ੍ਰਗਟ ਹੁੰਦਾ ਹੈ ਅਤੇ ਉਹ ਆਪਣੇ ਚੇਲਿਆਂ ਨਾਲ ਗੱਲ ਕਰਦਾ ਹੈ, ਪਰ ਉੱਥੇ ਇੱਕ ਟਿੱਪਣੀ ਵੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅੰਤ ਮੁੱਢਲੀ ਪੁਸਤਕ ਦਾ ਹਿੱਸਾ ਨਹੀਂ ਹੈ ਕਿਉਂਕਿ ਇਹ ਸਿਰਫ ਬਾਅਦ ਵਿੱਚ ਘੱਟ ਭਰੋਸੇਯੋਗ ਹੱਥ ਲਿਖਤਾਂ ਵਿੱਚ ਮਿਲਦਾ ਹੈ।
ਹੁਣ ਇਹ ਸੰਭਵ ਹੈ ਕਿ ਅਸਲ ਅੰਤ ਭਾਗ ਗੁਆਚ ਗਿਆ ਹੋਵੇ ਜਾਂ ਮਰਕੁਸ ਨੇ ਅਸਲ ਵਿੱਚ ਕਦੇ ਵੀ ਲਿਖਣਾ ਖਤਮ ਨਹੀਂ ਕੀਤਾ। ਪਰ ਇਹ ਜ਼ਿਆਦਾ ਸੰਭਾਵਨਾ ਹੈ ਕਿ ਇਹ ਅਚਾਨਕ ਇੱਕ ਗੱਲ ਤੇ ਜ਼ੋਰ ਦੇਣ ਲਈ ਜਾਣਬੁੱਝ ਕੇ ਸਮਾਪਨ ਕਰ ਦਿੱਤਾ ਹੋਵੇ। ਸਾਰੀ ਕਹਾਣੀ ਹੈਰਾਨ ਕਰਨ ਵਾਲੇ ਦਾਅਵੇ ਤੇ ਕੇਂਦਰਿਤ ਹੈ, ਜਿਸ ਨੇ ਯਿਸੂ ਦੇ ਚੇਲਿਆਂ ਨੂੰ ਆਰੰਭ ਤੋਂ ਲੈ ਕੇ ਅੰਤ ਤੱਕ ਹੈਰਾਨ ਕਰ ਦਿੱਤਾ ਕਿ ਇਹ ਦੁੱਖ ਉਠਾਉਣ ਵਾਲਾ, ਸਲੀਬ ਦਿੱਤਾ ਗਿਆ ਅਤੇ ਜੀ ਉੱਠਿਆ ਯਿਸੂ, ਜੋ ਮਸੀਹਾ ਅਤੇ ਪਰਮੇਸ਼ਵਰ ਦਾ ਪੁੱਤਰ ਹੈ। ਜਦ ਦੁਨੀਆ ਦੇ ਪਾਪਾਂ ਲਈ ਯਿਸੂ ਮਰਿਆ, ਤਦ ਪਰਮੇਸ਼ਵਰ ਦਾ ਪਿਆਰ ਅਤੇ ਉਥਲ-ਪੁਥਲ ਰਾਜ ਪ੍ਰਗਟ ਹੋਇਆ ਅਤੇ ਇਸ ਲਈ ਇਹ ਕਹਾਣੀ ਬਿਨਾਂ ਅੰਤ ਕੀਤੇ ਸਮਾਪਤ ਹੋ ਜਾਂਦੀ ਹੈ। ਅਤੇ ਇਹ ਤੁਹਾਨੂੰ ਪਾਠਕਾਂ ਨੂੰ ਯਿਸੂ ਬਾਰੇ ਇਸ ਬਹੁਤ ਹੀ ਅਜੀਬ ਦਾਅਵੇ ਉੱਤੇ ਵਿਸ਼ਵਾਸ ਕਰਨ ਲਈ ਮਜਬੂਰ ਕਰਦੀ ਹੈ। ਜਾਂ ਕੀ ਤੁਸੀਂ ਚੇਲਿਆਂ ਦੀ ਤਰ੍ਹਾਂ ਭੱਜ ਜਾਓਗੇ, ਜਾਂ ਕਿ ਤੁਸੀਂ ਯਿਸੂ ਨੂੰ ਆਪਣਾ ਰਾਜਾ ਮੰਨ ਕੇ ਉਸ ਦੀ ਖੁਸ਼ਖਬਰੀ ਸੁਣਾਓਗੇ? ਸਿਰਫ ਤੁਸੀਂ ਇਸ ਸਵਾਲ ਦਾ ਜਵਾਬ ਦੇ ਸਕਦੇ ਹੋ। ਮਰਕੁਸ ਦੀ ਅੰਜੀਲ ਇਹੀ ਸਭ ਦੇ ਬਾਰੇ ਹੈ।